ਵਾਹਿਗੁਰੂ ਸਾਹਿਬ ਜੀ। तुम्हारी शरण तुम्हारी आशा, तुम ही सजन सुहेले। राखो राखन हार दयाला, नानक घर के गोले। अनकाए रातड़िया, वाट दुहेली राम। पाप कमावंदिया, तेरा कोई न बेली राम। कोई न बेली होवै तेरा, सदा पछोतावहे। गुण गोपाल न जपे रसना, फिर कदों से दे आवे। तरवर व शून्य ने पात जुड़ते, जम मग गौन अकेली। बिनवंत नानक बिन नाम हर के, सदा फिरत दुहेली। बिनवंत नानक बिन नाम हर के, सदा फिरत दुहेली। सुकाल गुर सेविए, नस सहज सुभाए। दर्शन परसिय गुरु के, जन्म मरण दुख जाए। होवै सिफत खसामदी, नूर अरसों कुरसों चटिया। तुध डिठे सच्चे पातशाह, माल जन्म जन्म दी कटिया। सच्चे पातशाह, माल जन्म जन्म दी कटिया। सतनाम श्री वाहिगुरु साहिब जीओ। श्लोक मन इच्छा दान करनं, सर्वत्र आशा पूर्ण। खंडनं काल कलेच, प्रभ सिमर नानक नह दूरन। हब रंग मन जिस संग, तैस्यों लाइए ने हो। सो सहों बिंद न विसरो, नानक जिन सुंदर रचया देहो। मन इच्छा दान करनं, सर्वत्र आशा पूर्ण। वाहिगुरु जी का खालसा, वाहिगुरु जी की फतेह। पतत पावन गरीब नवाज सतगुरु गुरु ग्रंथ साहिब जियां दी पावन पवित्र हजूरी अंदर ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਸਸੋਭਤ ਹੋ ਕਰਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਨ ਕੀਤੇ।
ਇਸ ਵੇਲੇ ਮਹਾਰਾਜ ਦੀ ਵੈਰਾਗਮਈ ਗੁਰਬਾਣੀ ਜੈਤਸਰੀ ਦੀ ਵਾਰ, ਤਿਸ ਦੀ ਆਪਾਂ ਕਥਾ ਵਿਚਾਰ ਸਰਵਨ ਕਰਨ ਵਾਸਤੇ ਇਕੱਤਰਤ ਹੋਏ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ। ਸਤਿਗੁਰੂ ਜੀ ਸ਼ਲੋਕ ਬਖਸ਼ਿਸ਼ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਮਨ ਜੋ ਸ਼੍ਰੋਮਣੀ ਪ੍ਰਮਾਤਮਾ ਹੈ। ਮਨ ਦਾ ਅਰਥ ਲੈ ਲੈਣਾ ਸ਼੍ਰੋਮਣੀ। ਸ਼੍ਰੋਮਣੀ ਕੌਣ ਹੈ? ਪ੍ਰਮਾਤਮਾ, ਜਿਹਦੇ ਉੱਪਰ ਕੋਈ ਨਹੀਂ ਹੈ, ਜਿਹੜਾ ਸਾਰਿਆਂ ਤੋਂ ਉੱਪਰ ਆਪ ਹੈ। ਉਹ ਜੋ ਪ੍ਰਮਾਤਮਾ ਹੈ, ਇੱਛਾ ਦਾਨ ਕਰਨ, ਆਪਣੀ ਮਰਜ਼ੀ ਦੇ ਮੁਤਾਬਕ ਉਹ ਦਾਨ ਦਿੰਦਾ। ਦਿੰਦਾ ਦਈ ਜਾਂਦਾ ਹੈ, ਪਰ ਦਿੰਦਾ ਆਪਣੀ ਮਰਜ਼ੀ ਨਾਲ। ਜਿਹਨੂੰ ਚਾਹਵੇ ਕਰਮਾਂ ਤੋਂ ਬਾਹਰ ਵੀ ਦੇ ਸਕਦਾ ਹੈ। ਉਹ ਕਿਸੇ ਨੂੰ ਪੁੱਛ ਕੇ ਨਹੀਂ, ਕਰਮਾਂ ਦੀ ਦਾਤ ਤੇ ਮਿਲਣੀ ਹੈ, ਪਰ ਜੇ ਉਹ ਚਾਹਵੇ। ਸਤਿਗੁਰਾਂ ਦਾ ਬਚਨ ਹੈ, ਇੱਕ ਨਾ ਸੁਤਿਆਂ ਦੇ ਉਠਾਲ, ਇੱਕ ਜਾਗੰਦੇ ਨਾ ਲਹਿਨ, ਇੱਕ ਨਾ ਸੁਤਿਆਂ ਦੇ ਉਠਾਲ। ਉਹ ਪਰਮਾਤਮਾ ਇਹੋ ਜਿਹਾ ਹੈ, ਜਿੱਥੇ ਜਾਗਦਿਆਂ ਦੇ ਭਾਂਡੇ ਭਰਦਾ ਹੈ, ਉੱਥੇ ਸੁਤਿਆਂ ਦੇ ਵੀ ਭਰ ਦਿੰਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇੱਕ ਜੰਗਲ ਵਿੱਚ ਬਿਰਾਜੇ ਨਾ, ਨਾਲ ਸਾਥੀ ਮਹਾਰਾਜ ਜੀਆਂ ਦੇ। ਤੇ ਗੁਰਮੁਖੋ ਇੱਥੇ ਇੱਕ ਸਾਧੂ ਜੰਗਲ ਵਿੱਚ ਬੈਠਾ ਤਪ ਕਰਦਾ। ਇਲਾਕੇ ਵਿੱਚ ਬੜੀ ਮਸ਼ਹੂਰੀ ਹੈ, ਬੜੀ ਜਾਣ ਪਛਾਣ ਵੀ ਇਸ ਜੰਗਲ ਵਿੱਚ ਇੱਕ ਸਾਧੂ ਰਹਿੰਦਾ। ਤੇ ਗੁਰਮੁਖੋ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਹੈ, ਤੇ ਉਹ ਸ਼ਾਹੂਕਾਰ ਰੋਜ਼ ਗੜਵਾ ਦੁੱਧ ਦਾ ਭਰ ਕੇ ਲਿਆਉਂਦਾ। ਤੇ ਜਿੱਥੇ ਸਾਧੂ ਬੈਠਾ ਨਾ, ਉਹਦੇ ਛੰਨੇ ਵਿੱਚ ਪਾ ਕੇ ਜਾਂਦਾ। ਅੱਜ ਵੀ ਉਹ ਆਇਆ ਸ਼ਾਹੂਕਾਰ, ਗੜਵਾ ਦੁੱਧ ਦਾ ਭਰ ਕੇ ਲਿਆਇਆ। ਤੇ ਜਿੱਥੇ ਉਹ ਸਾਧੂ ਬੈਠਾ ਸੀ ਨਾ, ਅੰਮ੍ਰਿਤ ਵੇਲੇ ਸਿਮਰਨ ਦੇ ਵਿੱਚ, ਉਹਦੇ ਛੰਨੇ ਦੇ ਵਿੱਚ ਉਹਨੇ ਦੁੱਧ ਪਾਇਆ ਤੇ ਚੱਲ ਪਿਆ ਵਾਪਸ। ਉਹ ਜਿਹੜਾ ਸਾਧੂ ਸੀ, ਉਹਦੇ ਮਨ ਵਿੱਚ ਆਇਆ ਵੀ ਮੈਂ ਜਾਗਦਾ ਪਿਆ ਤੇ ਵੇਖੋ ਖੁਦਾ ਨੇ ਮੈਨੂੰ ਕਿੱਡੀ ਦਾਤ ਦਿੱਤੀ ਹੈ। ਬਿਨਾਂ ਮੰਗਿਆਂ, ਬਿਨਾਂ ਲਿਆਂਦਿਆਂ, ਬਿਨਾਂ ਕਿਹਾ ਮੈਨੂੰ ਦੁੱਧ ਮਿਲਿਆ। ਆਹ ਜਿਹੜੇ ਸੁੱਤੇ ਨੇ, ਸੁੱਤੇ ਹੀ ਰਹਿ ਗਏ, ਇਹਨਾਂ ਨੂੰ ਕੁਝ ਨਹੀਂ ਮਿਲਿਆ। ਤੇ ਜਦੋਂ ਸ਼ਾਹੂਕਾਰ ਲੰਘਣ ਲੱਗਾ ਨਾ, ਤੇ ਉਹਨੇ ਵੇਖਿਆ ਵੀ ਆਹ 2-3 ਮੁਸਾਫਰ ਹੋਰ ਵੀ ਲੰਮੇ ਪਏ ਨੇ। ਉਹਦੇ ਮਨ ਵਿੱਚ ਆਇਆ ਵੀ ਇਹਨਾਂ ਨੂੰ ਵੀ ਮੈਨੂੰ ਕੁਝ ਨਾ ਕੁਝ ਲਿਆ ਕੇ ਦੇਣਾ ਚਾਹੀਦਾ। ਦੁਬਾਰਾ ਘਰ ਵਿੱਚ ਚਲੇ ਗਿਆ। ਘਰੋਂ ਫਿਰ ਉਸਨੇ ਵੱਡਾ ਇੱਕ ਭਾਂਡਾ ਦੁੱਧ ਦਾ ਭਰਿਆ, ਤੇ ਜਿੱਥੇ ਮਹਾਰਾਜ ਲੰਮੇ ਪਏ ਸਨ, ਉੱਥੇ ਭਾਂਡਿਆਂ ਵਿੱਚ ਨਾਲੇ ਤੇ ਉਹਨੇ ਦੁੱਧ ਪਾਇਆ, ਨਾਲੇ ਉਹਨੇ 5-5 ਮੂਹਰਾਂ ਰੱਖੀਆਂ। ਇਹ ਦੂਰੋਂ ਆਏ ਨੇ, ਇਹ ਮੁਸਾਫਰ ਨੇ, ਕਿਸੇ ਹੋਰ ਦੇਸ਼ ਤੋਂ ਆਏ ਨੇ। ਇਹਨਾਂ ਨੂੰ ਦੁੱਧ ਤੇ ਹੁਣ ਪੀ ਲੈਣਗੇ, ਅੱਗੇ ਜਾ ਕੇ ਕੀ ਖਰਚਣਗੇ। ਮੈਂ ਕੁਝ ਮਾਇਆ ਦੇ ਦਿਆਂ, ਇਹ ਖਰਚ ਲੈਣਗੇ, ਅੱਗੇ ਜਾ ਕੇ ਕੋਈ ਆਪਣਾ ਕੰਮ ਕਰ ਲੈਣਗੇ। ਹੁਣ ਜਾਣੀ ਜਾਣ ਮਹਾਰਾਜ ਜਾਣਦੇ ਸਨ ਵੀ ਸਾਧੂ ਨੂੰ ਦੁੱਧ ਪਹਿਲਾਂ ਮਿਲਿਆ। ਉਹਦੇ ਮਨ ਵਿੱਚ ਇਹ ਗੱਲ ਆ ਗਈ ਵੀ ਮੈਂ ਜਾਗਦਾ ਪਿਆ ਤੇ ਮੇਰਾ ਭਾਂਡਾ ਤਾਂ ਭਰਿਆ, ਇਹ ਸੁੱਤੇ ਪਏ ਨੇ ਤੇ ਖਾਲੀ ਰਹਿ ਗਏ। ਮਹਾਰਾਜ ਕਹਿਣ ਲੱਗੇ, ਇੱਕ ਜਾਗੰਦੇ ਨਾ ਲਹਿਣਾ। ਕਈ ਵਾਰੀ ਤੇਰੇ ਵਰਗੇ ਜਾਗਦੇ ਸਾਧੂ ਕੱਲਾ ਛੰਨਾ ਪਾਣੀ ਦੁੱਧ ਦਾ ਹੀ ਭਰਦਾ, ਨਾਲ ਮੋਹਰਾਂ ਨਹੀਂ ਆਉਂਦੀਆਂ। ਇੱਕ ਨਾ ਸੁੱਤਿਆਂ ਦੇ ਉਠਾਲ। ਪਰਮਾਤਮਾ ਜੇ ਚਾਹਵੇ ਤੇ ਸੁੱਤੇ ਦਾ ਭਾਂਡਾ ਵੀ ਭਰ ਦਿੰਦਾ, ਨਾਲ ਧਨ ਦਾ ਵੀ ਢੇਰ ਲਾ ਦਿੰਦਾ। ਉਹ ਮਰਜ਼ੀ ਦਾ ਮਾਲਕ ਹੈ, ਕਿਸੇ ਨੂੰ ਪੁੱਛ ਕੇ ਨਹੀਂ ਵੀ ਗੁਆਂਢੀ ਨੂੰ ਪੁੱਛੇਗਾ, ਕਿਸੇ ਪਿੰਡ ਸ਼ਹਿਰ ਦੇ ਮੋਤਬਾਰ ਨੂੰ ਪੁੱਛੇਗਾ ਵੀ ਹਾਂ ਭਾਈ ਤੂੰ ਦੱਸ ਮੈਂ ਫਲਾਣੇ ਨੂੰ ਦੇਵਾਂ ਕਿ ਨਾ ਦੇਵਾਂ। ਨਹੀਂ, ਮਨ ਇੱਛਾ ਦਾਨ ਕਰਨ, ਆਪਣੀ ਇੱਛਾ ਮੁਤਾਬਕ ਆਪੇ ਉਹ ਦਾਨ ਦਿੰਦਾ।
ਮੰਗਤਿਆਂ ਨੂੰ ਰਾਜੇ ਬਣਾ ਸਕਦਾ। ਕਰਮਾਂ ਤੋਂ ਬਾਹਰੀ ਦਾਤਾਂ ਵੀ ਦਿੰਦਾ, ਜਿਹੜੀ ਕਰਮਾਂ ਵਿੱਚ ਨਹੀਂ ਹੈ ਉਹ ਵੀ ਮਿਲ ਜਾਂਦੀ ਹੈ। ਤੇ ਆਪਾਂ ਬਚਨ ਪੜ੍ਹਦੇ ਹਾਂ ਨਾ, ਬੀਬੀ ਸੁਲੱਖਣੀ ਨੇ ਆਖਿਆ ਨਾ ਮਹਾਰਾਜ ਪੁੱਤਰ ਤੇ ਸਤਿਗੁਰੂ ਕਹਿਣ ਲੱਗੇ ਕਰਮਾਂ 'ਚ ਨਹੀਂ, ਪਰ ਫਿਰ ਵੀ ਤੇ ਮਿਲਿਆ ਨਾ, ਇੱਕ ਨਹੀਂ 7 ਪੁੱਤਰ ਮਿਲ ਗਏ। ਇਹ ਗੁਰੂ ਦੀ ਕਿਰਪਾ ਹੈ, ਪਰਮੇਸ਼ਰ ਦੀ ਕਿਰਪਾ ਹੈ ਵੀ ਜੇ ਚਾਹਵੇ ਤੇ ਕਰਮਾਂ ਤੋਂ ਬਾਹਰੀ ਦਾਤ ਵੀ ਮਿਲਦੀ ਹੈ, ਕਰਮਾਂ 'ਚ ਨਹੀਂ ਲਿਖੀ ਤਾਂ ਵੀ ਮਿਲੇਗੀ। ਭਾਈ ਆਦਮ ਨੇ ਆਖਿਆ ਨਾ ਗੁਰੂ ਰਾਮਦਾਸ ਪਾਤਸ਼ਾਹ ਪੁੱਤਰ ਚਾਹੀਦਾ, ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਭਾਈ ਆਦਮ ਐਸ ਕਰ ਜਨਮ ਦੇ ਵਿੱਚ ਤੇ ਲਿਖਿਆ ਨਹੀਂ, ਤੇਰੇ ਅੱਗੇ ਜਿਹੜੇ ਕਈ ਜਨਮ ਹੋਣੇ ਨੇ ਉਹਨਾਂ ਕਈਆਂ ਜਨਮਾਂ ਵਿੱਚ ਵੀ ਨਹੀਂ ਲਿਖਿਆ। ਤੇ ਭਾਈ ਆਦਮ ਨੇ ਆਖਿਆ ਮਹਾਰਾਜ ਜੇ ਤੁਸੀਂ ਦੇਣਾ ਚਾਹੋ ਤੇ ਫਿਰ ਲਿਖਣ ਲਿਖਾਉਣ ਦੀਆਂ ਕਿਹੜੀਆਂ ਗੱਲਾਂ, ਤੁਸੀਂ ਹੁਣ ਵੀ ਤੇ ਲਿਖ ਹੀ ਸਕਦੇ ਨਾ। ਸਤਿਗੁਰਾਂ ਨੇ ਉਸੇ ਵੇਲੇ ਵਰ ਬਖਸ਼ਿਆ, ਕਹਿਣ ਲੱਗੇ ਠੀਕ ਹੈ, ਪੁੱਤਰ ਵੀ ਤੇਰੇ ਘਰੇ ਹੋਵੇਗਾ ਔਰ ਬ੍ਰਹਮ ਗਿਆਨੀ ਵੀ ਹੋਵੇਗਾ। ਦੁਨੀਆ ਨੂੰ ਦੁਨਿਆਵੀ ਪੁੱਤਰ ਮਿਲਦੇ ਜਿਨ੍ਹਾਂ ਦੇ ਕਰਮਾਂ ਵਿੱਚ ਲਿਖੇ ਹੋਏ, ਜਿਹਦੇ ਕਰਮਾਂ 'ਚ ਨਹੀਂ ਲਿਖਿਆ ਗੁਰੂ ਨੇ ਆਖਿਆ ਪੁੱਤਰ ਵੀ ਹੋਵੇਗਾ ਔਰ ਬ੍ਰਹਮ ਗਿਆਨੀ ਵੀ ਹੋਵੇਗਾ, ਗੁਰੂ ਘਰ ਦਾ ਸੇਵਾਦਾਰ ਹੀ ਹੋਵੇਗਾ। ਤੇ ਭਾਈ ਭਗਤੂ ਨਾਂ ਦਾ ਪੁੱਤਰ ਪੈਦਾ ਹੋਇਆ। ਮਾਲਵੇ ਦੇ ਵਿੱਚ ਇੱਕ ਕਸਬਾ, ਇੱਕ ਸ਼ਹਿਰ ਹੈ ਜਿਸ ਨੂੰ ਭਗਤਾ ਭਾਈ ਕਾ ਕਿਹਾ ਜਾਂਦਾ। ਇਹ ਉਹੀ ਭਗਤਾ ਭਾਈ ਕਾ ਜਿਹੜੇ ਬਚਨ ਮਹਾਰਾਜ ਨੇ ਆਖੇ ਵੀ ਇੱਥੇ ਇੱਕ ਪੁੱਤਰ ਤੈਨੂੰ ਮਿਲੇਗਾ, ਪਰਮਾਤਮਾ ਦੀ ਭਗਤੀ ਵਾਲਾ, ਬੰਦਗੀ ਵਾਲਾ। ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਆਪਣੀ ਮਰਜ਼ੀ ਨਾਲ ਦਾਨ ਦਿੰਦਾ, ਕਿਸੇ ਦਾ ਮੁਤਾਜ ਨਹੀਂ ਵੀ ਪੁੱਛ ਕੇ ਆਖੇ ਵੀ ਹਾਂ ਦਾਨ ਦੇਵਾਂ ਕਿ ਨਾ ਦੇਵਾਂ। ਔਰ ਦਿੰਦਾ ਵੀ ਇਸ ਤਰ੍ਹਾਂ ਹੈ, ਜੇ ਕਰਮਾਂ ਵਿੱਚ ਲਿਖਿਆ ਤਾਂ ਵੀ ਮਿਲੇਗਾ, ਜੇ ਕਰਮਾਂ 'ਚ ਨਹੀਂ ਲਿਖਿਆ ਤੇ ਤਾਂ ਵੀ ਮਿਲੇਗਾ। ਉਹ ਕਰਮਾਂ ਤੋਂ ਬਾਹਰੀ ਦਾਤ ਦੇਣ ਵੀ ਸਮਰੱਥਾ ਰੱਖਦਾ ਹੈ। ਮਨ ਇੱਛਾ ਦਾਨ ਕਰਨੰ, ਸਾਰਿਆਂ ਨੂੰ ਦਾਨ ਦਿੰਦਾ ਹੈ। ਕਿਸੇ ਨੂੰ ਰੋਜੀ ਰੋਟੀ ਦਾ ਦਾਨ ਦਿੰਦਾ ਹੈ, ਕਿਸੇ ਨੂੰ ਸਵਾਸਾਂ ਦਾ ਦਾਨ ਦਿੰਦਾ ਪਿਆ, ਕਿਸੇ ਨੂੰ ਤੰਦਰੁਸਤੀ ਦਾ ਦਾਨ ਦਿੰਦਾ ਪਿਆ, ਕਿਸੇ ਨੂੰ ਰੁਜ਼ਗਾਰ ਦਾ ਦਾਨ ਦਿੰਦਾ ਪਿਆ, ਕਿਸੇ ਨੂੰ ਖੁਸ਼ੀਆਂ ਦਾ ਦਾਨ ਦਿੰਦਾ ਹੈ। ਐਸਾ ਉਹ ਪਰਮਾਤਮਾ ਹੈ। ਸਰਬਤਰ ਆਸਾ ਪੂਰਨ ਹੈ, ਉਹ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ। ਕਦੇ ਬੰਦੇ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਆਸਾਂ ਤੋਂ ਆਸ ਰੱਖਣੀ ਚਾਹੀਦੀ ਹੈ। ਪਰਮਾਤਮਾ ਆਸ ਪੂਰੀ ਕਰਦਾ। ਜੇ ਉਹਨੂੰ ਭਾਂਡਾ ਧੋ ਕੇ ਕੋਲ ਰੱਖਾਂਗੇ ਤੇ ਉਹਦੇ ਵਿੱਚ ਤਾਂ ਹੀ ਕੋਈ ਖੈਰ ਪਾਏਗਾ ਨਾ। ਤੇ ਜੇ ਆਪਾਂ ਆਖੀਏ ਵੀ ਮਿਲਣਾ ਹੀ ਕੁਛ ਨਹੀਂ ਹੈ, ਭਾਂਡਾ ਬੂਧਾ ਹੀ ਮਾਰ ਛੱਡੀਏ ਤੇ ਮਿਲੇਗਾ ਕੀ। ਜੇ ਆਸ ਰੱਖਾਂਗੇ ਪਰਮਾਤਮਾ ਆਸ ਪੂਰੀ ਕਰਦਾ। ਇਕੱਲੀ ਮਨੁੱਖ ਦੀ ਪੂਰੀ ਨਹੀਂ ਕਰਦਾ, ਪਸ਼ੂਆਂ ਦੀਆਂ, ਪੰਛੀਆਂ ਦੀਆਂ, ਪਹਾੜਾਂ ਵਿੱਚ ਰਹਿਣ ਵਾਲੇ, ਮਿੱਟੀ ਵਿੱਚ ਰਹਿਣ ਵਾਲੇ, ਪਾਣੀ ਵਿੱਚ ਰਹਿਣ ਵਾਲੇ, ਹਰੇਕ ਦੀ ਆਸਾ ਪੂਰੀ ਕਰਦਾ ਹੈ। ਸ਼ੇਰ ਨਿਕਲਿਆ ਆਪਣੀ ਗੁਫਾ ਵਿੱਚੋਂ, ਉਹਦਾ ਵਿਚਾਰ ਇਹ ਆ ਵੀ ਮੈਨੂੰ ਅੱਜ ਭੋਜਨ ਮਿਲੇ, ਆਸਾ ਉਹਦੀ ਹੈ ਨਾ ਮੈਨੂੰ ਅੱਜ ਸ਼ਿਕਾਰ ਮਿਲੇ, ਉਹਨੂੰ ਵੀ ਮਿਲਿਆ ਹੈ। ਬਾਜ ਨਿਕਲਿਆ ਆਪਣੇ ਆਲ੍ਹਣੇ ਵਿੱਚੋਂ, ਉਹਦੀ ਇੱਛਾ ਵੀ ਮੈਨੂੰ ਵੀ ਸ਼ਿਕਾਰ ਮਿਲੇ। ਪਾਣੀ ਵਿੱਚ ਰਹਿਣ ਵਾਲੇ ਵੱਡੇ ਵੱਡੇ ਘਾਤਕ ਜੀਵ ਜਿਹੜੇ ਉਹਨਾਂ ਦੀ ਇੱਛਾ ਵੀ ਸਾਨੂੰ ਵੀ ਸ਼ਿਕਾਰ ਮਿਲੇ। ਆਸਾ ਤੇ ਸਾਰਿਆਂ ਦੀ ਹੈ, ਭੋਜਨ ਦੇ ਪ੍ਰਤੀ ਆਸਾ ਤੇ ਸਾਰਿਆਂ ਦੀ ਹੈ, ਭਾਵੇਂ ਮਨੁੱਖ ਹੈ ਤੇ ਭਾਵੇਂ ਜੀ ਜੰਤੂ ਨੇ। ਜੀਆਂ ਕਾ ਆਹਾਰ ਜੀ ਖਾਣਾ, ਨਾਨਕ ਇਹੋ ਕਰੇ। ਜੀਆਂ ਕਾ ਆਹਾਰ ਜੀ ਖਾਣਾ, ਪਾਣੀ ਦੇ ਵਿੱਚ ਜਾਂ ਧਰਤੀ ਦੇ ਉੱਪਰ ਪਰਮਾਤਮਾ ਨੇ ਇੱਕ ਜੀਵ ਨੂੰ ਦੂਜੇ ਜੀਵ ਦਾ ਖਾਣਾ ਬਣਾਇਆ। ਜਿਵੇਂ ਘਾਹ ਨੂੰ ਹਿਰਨ ਖਾਂਦਾ, ਹਿਰਨ ਨੂੰ ਸ਼ੇਰ ਖਾਂਦਾ, ਇੱਕ ਦੂਜੇ ਦੇ ਉੱਪਰ ਨਿਰਭਰ ਨੇ। ਉਹ ਪਰਮਾਤਮਾ ਸਾਰਿਆਂ ਦੀ ਆਸਾ ਪੂਰੀ ਕਰਦਾ। ਕੋਈ ਇਹੋ ਜਿਹਾ ਨਹੀਂ ਜਿਹਦੇ ਕੋਲ ਉਹਦੀ ਆਸਾ ਪੂਰੀ ਨਹੀਂ ਹੁੰਦੀ ਹੈ। ਖੰਡਣੰ ਕਲ ਕਲੇਸ਼ ਹੈ, ਫਿਰ ਮਹਾਰਾਜ ਕਹਿਣ ਲੱਗੇ ਉਹ ਕਲ ਕਲਪਨਾ ਨਾਸ਼ ਵੀ ਕਰ ਦਿੰਦਾ। ਸਾਡੇ ਮਨ ਵਿੱਚ ਕਲਪਨਾ ਪੈਦਾ ਹੁੰਦੀ ਹੈ ਨਾ, ਕਲਪਨਾ ਇੱਕ ਪੂਰੀ ਹੋਈ ਹੈ, ਫਿਰ ਦੂਜੀ ਜਾਗ ਪਈ ਹੈ, ਦੂਜੀ ਪੈਦਾ ਪੂਰੀ ਹੋਈ ਹੈ, ਫਿਰ ਤੀਜੀ ਜਾਗ ਪਈ ਹੈ। ਕਲਪਨਾ ਕਰਨੀ ਕਿ ਆਉਂਦੇ 5 ਸਾਲਾਂ ਨੂੰ ਨਾ ਇਹ ਕੁਝ ਮੈਂ ਬਣਾ ਲੈਣਾ ਹੈ ਜਾਂ ਇਸ ਤਰ੍ਹਾਂ ਬਣ ਜਾਣਾ ਹੈ। ਉਹ ਪਰਮਾਤਮਾ ਜੇ ਚਾਹਵੇ ਤੇ ਤੇਰੇ ਮਨ ਵਿੱਚ ਉਹ ਇਹੋ ਜਿਹਾ ਖਿਆਲ ਨਾਸ ਹੀ ਕਰ ਸਕਦਾ। ਖੰਡਨੰ, ਕਿਉਂਕਿ ਕਲਪਨਾ ਜਿਹੜੀ ਹੈ ਉਹ ਜਨਮਾਂ ਵਿੱਚ ਲੈ ਕੇ ਆਉਂਦੀ ਹੈ। ਕਲਪਨਾ ਪੂਰੀ ਨਹੀਂ ਹੋਈ
ਤੇ ਕੀ ਬਣਿਆ? ਜਨਮ ਮਿਲ ਗਿਆ। ਕਲਪਨਾ ਕੀਤੀ ਹੈ ਪਰ ਪੂਰੀ ਨਹੀਂ ਹੋਈ, ਜਨਮ ਮਿਲਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਜਦੋਂ ਕੋਲ ਗਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਮਾਧੋ ਦਾਸ ਹੈ। ਮਾਧੋ ਦਾਸ, ਤੇਰੇ ਕੋਲ ਰਿੱਧੀਆਂ ਸਿੱਧੀਆਂ ਬੜੀਆਂ, ਤੇਰੇ ਕੋਲ ਮੰਤਰ ਬੜੇ ਨੇ, ਕਰਾਮਾਤਾਂ ਬੜੀਆਂ ਨੇ, ਬੜੀਆਂ ਗੁਪਤ ਸ਼ਕਤੀਆਂ ਵਸ ਕੀਤੀਆਂ, ਇਹ ਕਿੱਥੋਂ ਲਈਆਂ? ਕਹਿਣ ਲੱਗਾ ਜੀ ਮੇਰੇ ਗੁਰੂ ਔਗੜਨਾਥ ਨੇ ਦਿੱਤੀਆਂ। ਇੱਕ ਜੋਗੀ ਸੀ, ਉਹਦੇ ਕੋਲ ਲਾਲ ਕਿਤਾਬ ਸੀ, ਤੇ ਉਹ ਕਿਤਾਬ ਖੂਨ ਦੇ ਨਾਲ ਲਿਖੀ ਹੋਈ, ਬੜੇ ਬੜੇ ਮੰਤਰ ਸਿੱਧ ਕਰਨ ਦੀਆਂ ਜੁਗਤੀਆਂ ਉਹਦੇ ਵਿੱਚ ਲਿਖੀਆਂ ਹੋਈਆਂ। ਜੀ ਮੇਰੇ ਗੁਰੂ ਔਗੜਨਾਥ ਨੇ ਮੈਨੂੰ ਇਹ ਦਿੱਤੀਆਂ ਸਾਰੀਆਂ ਸ਼ਕਤੀਆਂ। ਤੇ ਸਤਿਗੁਰੂ ਕਹਿਣ ਲੱਗੇ ਉਹ ਕਿੱਥੇ ਆ? ਕਹਿਣ ਲੱਗਾ ਜੀ ਉਹ ਤੇ ਸਰੀਰ ਛੱਡ ਕੇ ਸਵਰਗਾਂ ਨੂੰ ਚਲੇ ਗਿਆ। ਮਹਾਰਾਜ ਕਹਿਣ ਲੱਗੇ ਨਹੀਂ, ਤੇਰੇ ਮਨ ਦਾ ਭਰਮ ਹੈ, ਉਹ ਸਵਰਗ ਨੂੰ ਕੋਈ ਨਹੀਂ ਗਿਆ। ਮਹਾਰਾਜ ਫਿਰ ਕਿੱਥੇ ਹੈ? ਕਹਿਣ ਲੱਗੇ ਇੱਕ ਅਮਰੂਦ ਦੇ ਫਲ ਦੇ ਵਿੱਚ ਉਹ ਕੀੜਾ ਬਣ ਕੇ ਬੈਠਾ। ਹੈਰਾਨ ਹੋ ਗਿਆ, ਇਹ ਕਿਵੇਂ ਹੋ ਸਕਦਾ? ਮਹਾਰਾਜ ਉਹ ਕੀੜਾ ਕਿਉਂ ਬਣਿਆ? ਪਾਤਸ਼ਾਹ ਕਹਿਣ ਲੱਗੇ ਜਦੋਂ ਅੰਤਲਾ ਸਮਾਂ ਸੀ ਨਾ, ਮੰਜੇ ਤੇ ਪਿਆ ਹੋਇਆ ਤੇ ਧਿਆਨ ਤਾਂ ਨੂੰ ਗਿਆ ਤੇ ਉੱਤੇ ਅਮਰੂਦ ਦੇ ਰੁੱਖ ਨੂੰ ਅਮਰੂਦ ਲੱਗਾ ਹੋਇਆ। ਮਨ ਵਿੱਚ ਕਲਪਨਾ ਪੈਦਾ ਹੋ ਗਈ ਵੀ ਜੇ ਆ ਕਿਤੇ ਅਮਰੂਦ ਖਾਣ ਵਾਸਤੇ ਮਿਲੇ ਤੇ ਮੈਂ ਖਾ ਲਵਾਂ। ਹੁਣ ਕਲਪਨਾ ਤੇ ਕਰ ਲਈ, ਪਰ ਕਲਪਨਾ ਪੂਰੀ ਨਹੀਂ ਹੋਈ, ਮਰ ਗਿਆ। ਧਿਆਨ ਅਮਰੂਦ ਵਿੱਚ ਰਹਿ ਗਿਆ, ਕੀੜਾ ਬਣ ਕੇ ਉੱਥੇ ਆਇਆ। ਕਲਪਨਾ ਨਾ, ਕਲਪਨਾ ਪੂਰੀ ਹੋਣੀ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ ਪਰਮਾਤਮਾ ਐਸਾ ਹੈ, ਉਹ ਕਲਪਨਾ ਖਤਮ ਕਰ ਦਿੰਦਾ, ਵੀ ਕਲਪਨਾ ਰਵੇ ਨਾ ਤੇ ਜਨਮਾਂ ਵਿੱਚ ਆਉਣਾ ਨਾ ਪਵੇ। ਖੰਡਨੰ ਕਲ ਕਲੇਸਾ, ਕਲ ਨਾਮ ਕਲਪਨਾ ਦਾ, ਕਲਪਨਾ ਵੀ ਉਹ ਮਿਟਾ ਦਿੰਦਾ, ਇੱਛਾ ਰਹਿ ਨਹੀਂ ਕੋਈ ਨਹੀਂ ਦਿੰਦਾ। ਤੇ ਦੂਜਾ ਬਚਨ ਮਹਾਰਾਜ ਨੇ ਵਰਤਿਆ ਕਲੇਸਾ ਹੈ, ਜਿਹੜੇ ਕਲੇਸ਼ ਨੇ ਪਰਿਵਾਰ ਵਿੱਚ ਪਏ ਨੇ, ਘਰ ਵਿੱਚ ਪਏ ਨੇ, ਦੋਹਾਂ ਜੀਆਂ ਵਿੱਚ ਪਏ ਨੇ, ਬੱਚਿਆਂ ਵਿੱਚ ਪਏ ਨੇ, ਕਈ ਤਰ੍ਹਾਂ ਦੇ ਕਲੇਸ਼ ਹੁੰਦੇ ਨਾ। ਰੋਜ਼ ਕਈਆਂ ਘਰਾਂ ਵਿੱਚ ਝਗੜਾ ਮਾਂ ਭਾਰਤ ਛਿੜੀ ਰਹਿੰਦੀ ਹਰ ਵੇਲੇ। ਜੇ ਉਹ ਪਰਮਾਤਮਾ ਚਾਹਵੇ ਤੇ ਕਲਪਨਾ ਨੂੰ ਤੇ ਕਲੇਸ਼ ਨੂੰ ਝਟ ਨਾਸ ਕਰ ਸਕਦਾ, ਤੇ ਜੇ ਉਹ ਚਾਹਵੇ ਤੇ ਕਲੇਸ਼ ਨੂੰ ਵਧਾ ਵੀ ਸਕਦਾ ਹੈ। ਖੰਡਨੰ ਕਲ ਕਲੇਸ਼ਾ, ਕਲਪਨਾ ਨੂੰ ਤੇ ਕਲੇਸ਼ਾਂ ਨੂੰ ਨਾਸ ਕਰਦਾ। ਕਲਯੁਗ ਦੇ ਵਿੱਚ ਪੈਣ ਵਾਲੇ ਕਲੇਸ਼ ਉਹ ਨਾਸ ਕਰ ਦਿੰਦਾ, ਕਲੇਸ਼ ਰਹਿਣ ਨਹੀਂ ਦਿੰਦਾ। ਐਸੀ ਉਹਦੀ ਸਮਰੱਥਾ ਹੈ। ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਗੁਰੂ ਕਹਿਣ ਲੱਗੇ ਉਹਦਾ ਸਿਮਰਨ ਕਰਿਆ ਕਰ। ਸਿਮਰਨ ਤੋਂ ਭਾਵ ਹੁੰਦਾ ਗੁਰਮੁਖੋ ਯਾਦ ਕਰਨਾ, ਪਰਮਾਤਮਾ ਨੂੰ ਯਾਦ ਕਰਿਆ ਕਰ। ਨਹਿ ਦੂਰ ਨਹਿ, ਉਹ ਤੇਰੇ ਤੋਂ ਦੂਰ ਨਹੀਂਗਾ। ਤੂੰ ਸੋਚਦਾ ਵੀ ਗੁਰਦੁਆਰਾ ਮੇਰੇ ਤੋਂ 2 ਕਿਲੋਮੀਟਰ ਦੂਰ ਹੈ, ਮੰਦਰ ਮਸਜਿਦ ਮੇਰੇ ਤੋਂ ਇੰਨੇ ਕਿਲੋਮੀਟਰ ਦੂਰ ਹੈ, ਪਰਮਾਤਮਾ ਉੱਥੇ ਬੈਠਾ ਹੋਵੇਗਾ। ਨਹੀਂ, ਨਹਿ ਦੂਰ ਨਹਿ, ਉਹ ਤੇਰੇ ਤੋਂ ਦੂਰ ਨਹੀਂ, ਤੇਰੇ ਕੋਲ ਹੀ ਹੈ। ਮੰਦਰ ਗੁਰਦੁਆਰਾ ਤੇ ਮੱਖਣ ਸ਼ਾਹ ਲੁਬਾਣੇ ਤੋਂ ਵੀ ਬੜਾ ਦੂਰ ਹੈ। ਸਮੁੰਦਰ ਦੇ ਵਿੱਚ ਕਿੱਥੇ ਮੰਦਰ ਬਣਦਾ, ਸਮੁੰਦਰ ਦੇ ਵਿੱਚ ਕਿੱਥੇ ਗੁਰਦੁਆਰਾ ਬਣਦਾ। ਤੇ ਜੇ ਮੱਖਣ ਸ਼ਾਹ ਇਹ ਸੋਚ ਲੈਂਦਾ ਵੀ ਰੱਬ ਤੇ ਇੱਥੋਂ ਕਈ ਮੀਲ ਦੂਰੀ ਤੇ ਹੈ, ਪਤਾ ਨਹੀਂ ਉਹ ਆਵੇਗਾ ਕਿ ਨਹੀਂ ਆਵੇਗਾ, ਤੇ ਬੇੜਾ ਬੰਨੇ ਨਾ ਲੱਗਦਾ। ਉਹਨੇ ਆਖਿਆ ਵੀ ਉਹ ਤੇ ਮੇਰੇ ਕੋਲ ਹੀ ਹੈ। ਐਸੀ ਭਾਵਨਾ ਰੱਖੀ ਤੇ ਬੇੜਾ ਪਾਰ ਹੋਇਆ। ਪਰਮਾਤਮਾ ਦੇ ਉੱਪਰ ਭਰੋਸਾ ਰੱਖਿਆ ਕਰ ਵੀ ਉਹ ਮੇਰੇ ਕੋਲ ਹੀ ਹੈ, ਮੇਰੇ ਨਾਲ ਹੀ ਹੈ, ਮੇਰੇ ਤੋਂ ਦੂਰ ਕੋਈ ਨਹੀਂ। ਜਦੋਂ ਇਹ ਜਾਣੇਗਾ ਉਹ ਤੇਰੀ ਰੱਖਿਆ ਵੀ ਕਰੇਗਾ। ਪ੍ਰਭ ਸਿਮਰ, ਪਰਮਾਤਮਾ ਦਾ ਸਿਮਰਨ ਕਰਿਆ ਕਰ। ਨਾਨਕ ਨਹਿ ਦੂਰ ਨਹਿ, ਉਹ ਤੇਰੇ ਤੋਂ ਦੂਰ ਨਹੀਂ, ਸਦਾ ਤੇਰੇ ਨਾਲ ਹੈ। ਅਬ ਰੰਗ ਮਾਣਾ ਜਿਸ ਸੰਗ, ਇਸ ਪਰਮਾਤਮਾ ਦੇ ਸੰਗ ਕਰਕੇ ਹੱਬ ਕਹੀਏ ਸਾਰੇ, ਰੰਗ ਕਹੀਏ ਆਨੰਦ, ਮਾਣੇ ਕਹੀਏ ਤੂੰ ਮਾਣਦਾ ਹੈ। ਜਿਸ ਪਰਮਾਤਮਾ ਕਰਕੇ ਤੂੰ ਸਾਰੇ ਆਨੰਦ ਮਾਣਦਾ। ਪ੍ਰਸ਼ਾਦਾ ਛਕਦਾ ਉਹਦਾ ਵੱਖਰਾ ਸਵਾਦ ਹੈ, ਪਾਣੀ ਪੀਂਦਾ ਉਹਦਾ ਵੱਖਰਾ ਸਵਾਦ ਹੈ, ਲੱਸੀ ਪੀਂਦਾ ਉਹਦਾ ਵੱਖਰਾ ਆਨੰਦ ਆਉਂਦਾ, ਕੱਪੜੇ ਪਾਉਣ ਦਾ ਆਨੰਦ ਵੱਖਰਾ ਹੈ, ਨਵਾਂ ਕੋਈ ਬਿਜ਼ਨਸ ਚਲਾਉਣ ਦਾ ਸਵਾਦ ਵੱਖਰਾ ਹੈ। ਇਹ ਸਵਾਦ ਹੀ ਨੇ ਨਾ ਵੱਖੋ ਵੱਖਰੇ, ਆਨੰਦ ਨੇ ਮਨੁੱਖ ਲੈਂਦਾ। ਮਹਾਰਾਜ ਕਹਿਣ ਲੱਗੇ ਸਾਰੇ ਆਨੰਦ ਪਰਮਾਤਮਾ ਕਰਕੇ ਹੀ ਨੇ।
ਉਹ ਸਾਰੇ ਤੈਨੂੰ ਆਨੰਦ ਦਿੰਦਾ ਹੈ। ਤੈਸਿਓ ਲਾਈਏ ਨਿਹੋ। ਤੈਨੂੰ ਵੀ ਇਹ ਚਾਹੀਦਾ ਸੀ ਨਾ ਵੀ ਤੂੰ ਉਹਦੇ ਨਾਲ ਪ੍ਰੇਮ ਲਾਉਂਦਾ ਜਿਹੜਾ ਤੈਨੂੰ ਆਨੰਦ ਦਿੰਦਾ ਪਿਆ। ਜੇ ਮਾਂ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤੇ ਬੱਚਾ ਵੀ ਤੇ ਮਾਂ ਨੂੰ ਲਾਡ ਕਰਦਾ ਹੈ ਨਾ, ਪਿਆਰ ਕਰਦਾ, ਸਨੇਹ ਕਰਦਾ, ਉਹ ਤੋਂ ਦੂਰ ਨਹੀਂ ਜਾਂਦਾ। ਤੇ ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਵੀ ਤੇ ਤੇਰੀ ਮਾਂ ਬਾਪ ਹੀ ਹੈ ਨਾ, ਤੇਰੇ ਨਾਲ ਇੰਨਾ ਸਨੇਹ ਕਰਦਾ, ਇੰਨੇ ਤੈਨੂੰ ਰਸ ਦਿੰਦਾ, ਇੰਨੇ ਪਦਾਰਥ ਦਿੰਦਾ। ਰਸ ਸੋਏ ਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ, ਰਸ ਮੀਠਾ ਰਸ ਮਾਸ। ਇਹ ਸਾਰੇ ਰਸ ਹੀ ਨੇ ਨਾ। ਰਸ ਸੋਏ ਨਾ, ਸੋਨੇ ਦਾ ਗਹਿਣਾ ਪਾਉਣ ਦਾ ਵੱਖਰਾ ਸਵਾਦ ਹੈ। ਬੰਦਾ ਬਾਹ ਨੰਗੀ ਕਰ ਕਰਕੇ ਵਿਖਾਉਂਦਾ ਵੀ ਆਹ ਵੇਖੋ ਮੈਂ ਕੜਾ ਪਾਈ ਬੈਠਾ, ਮੈਂ ਗਜਰਾ, ਮੈਂ ਮੁੰਦਰੀ ਛੱਲਾ ਪਾਈ ਬੈਠਾ, ਵਿਖਾਉਂਦਾ ਇਹਨੂੰ ਤਾਂ ਸਵਾਦ ਵੱਖਰਾ ਵੀ ਦੁਨੀਆ ਵੇਖੇ। ਫਿਰ ਮੈਨੂੰ ਪੁੱਛੇ ਰਸ ਸੋਏ ਨਾ ਪਾਉਣ ਦਾ ਆਪਣਾ ਭਾਈ ਚਾਅ ਹੈ। ਰਸ ਰੂਪਾ, ਰੂਪਾ ਕਹੀਏ ਚਾਂਦੀ, ਚਾਂਦੀ ਦੀਆਂ ਪੰਜੇਬਾਂ ਕੋਈ ਬਣਾ ਲਿਆਵੇ ਤੇ ਉਹ ਵਿਖਾਉਂਦਾ ਛਣ ਛਣ ਕਰਕੇ ਵੀ ਬਣਾ ਕੇ ਲਿਆਂਦੀਆਂ। ਕੋਈ ਚਾਂਦੀ ਦਾ ਕੜਾ ਪਾਈ ਬੈਠਾ, ਕੋਈ ਚਾਂਦੀ ਦਾ ਗਲਾਸ ਬਣਾਈ ਬੈਠਾ ਵੀ ਮੈਂ ਤੇ ਚਾਂਦੀ ਦੇ ਭਾਂਡੇ 'ਚ ਪਾਣੀ ਪੀਂਦਾ। ਰਸ ਸੋਏ ਨਾ ਰਸ ਰੂਪਾ ਕਾਮਨ ਭਾਵ ਇਸਤਰੀ। ਹੁਣ ਕਿਸੇ ਨੂੰ ਇਸਤਰੀ ਸੋਹਣੀ ਮਿਲ ਜਾਵੇ ਤੇ ਉਹ ਵੀ ਦੁਨੀਆ ਨੂੰ ਵਿਖਾਉਂਦਾ ਵੀ ਵੇਖੋ ਮੈਨੂੰ ਸੋਹਣੀ ਔਰਤ ਮਿਲ ਗਈ ਹੈ। ਰਸ ਸੋਏ ਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ। ਕੋਈ ਨਵਾਂ ਬੈੱਡ ਲੈ ਆਵੇ ਨਾ, ਪਲੰਘ ਲੈ ਆਵੇ ਤੇ ਉਹ ਵੀ ਵਿਖਾਉਂਦਾ ਵੀ ਆਹ ਵੇਖ ਇੰਨੇ ਦਾ ਬੈੱਡ ਲਿਆਂਦਾ ਤੇ ਇੰਨੇ ਦਾ ਇਹਦੇ ਉੱਪਰ ਗੱਦਾ ਲਗਾਈ, ਤੇ ਜਿੰਨਾ ਚਿਰ ਮਰਜ਼ੀ ਸੁੱਤੇ ਰਹੀਏ ਲੱਕ ਕੋਈ ਨਹੀਂ ਪੀੜ ਹੁੰਦਾ। ਰਸ ਸੇਜਾ, ਚੰਗੀ ਸੇਜ ਤੇ ਸੌਣ ਦਾ ਵੀ ਵੱਖਰਾ ਹੀ ਸਵਾਦ ਹੈ। ਰਸ ਸੇਜਾ ਰਸ ਘੋੜੇ, ਉਹਨਾਂ ਜ਼ਮਾਨਿਆਂ 'ਚ ਘੋੜੇ ਹੁੰਦੇ ਸਨ। ਕਿਸੇ ਕੋਲ ਚੰਗਾ ਘੋੜਾ ਹੋਣਾ ਤੇ ਉਹਨੇ ਆਪਣੇ ਘੋੜੇ ਦੀ ਤਾਰੀਫ ਕਰਨੀ। ਅੱਜ ਘੋੜਿਆਂ ਦੀ ਥਾਂ ਤੇ ਮੋਟਰਸਾਈਕਲ ਆ ਗਿਆ, ਗੱਡੀਆਂ ਆ ਗਿਆ। ਕੋਈ ਚੰਗਾ ਮੋਟਰਸਾਈਕਲ ਲੈ ਆਵੇ ਉਹ ਵੀ ਗਲੀ ਵਿੱਚ ਜਿੰਨਾ ਚਿਰ ਚਾਰ ਗੇੜੇ ਦੇਵੇ ਨਾ ਇੱਧਰ ਉੱਧਰ ਨੂੰ, ਉਹਨੂੰ ਵੀ ਸਵਾਦ ਨਹੀਂ ਆਉਂਦਾ ਵੀ ਲੋਕ ਪੁੱਛਦੇ ਨਹੀਂ ਪਏ। ਜੇ ਗੱਡੀ ਲੈ ਆਂਦੀ ਹੈ ਲੋਕਾਂ ਨੂੰ ਵਿਖਾਉਂਦਾ, ਸ਼ਗਨ ਲੈਂਦਾ ਪਿਆ। ਮਹਾਰਾਜ ਕਹਿਣ ਲੱਗੇ ਰਸ ਸੇਜਾ ਰਸ ਘੋੜੇ ਮੰਦਰ। ਇਹ ਸਾਰੇ ਸਵਾਦ ਹੀ ਨੇ ਜਿਹੜੇ ਮਨੁੱਖ ਨੇ ਲਏ ਹੋਏ, ਪਰ ਇਹ ਸਾਰੇ ਸਵਾਦ ਦਿੰਦਾ ਕੌਣ ਹੈ? ਕਹਿਣ ਲੱਗੇ ਪ੍ਰਮਾਤਮਾ ਦਿੰਦਾ ਤੈਨੂੰ। ਫਿਰ ਤੈਨੂੰ ਵੀ ਚਾਹੀਦਾ ਸੀ ਨਾ ਵੀ ਜਿਹਨੇ ਮੈਨੂੰ ਇੰਨੇ ਸਵਾਦ ਦਿੱਤੇ ਮੈਂ ਉਹਦੇ ਨਾਲ ਵੀ ਪ੍ਰੇਮ ਕਰਾਂ, ਨੇਹ ਕਰਾਂ। ਤੇ ਜੇ ਤੂੰ ਪ੍ਰਮਾਤਮਾ ਨਾਲ ਪ੍ਰੇਮ ਕੀਤਾ ਨਹੀਂ, ਪਦਾਰਥ ਲੈ ਲੈ, ਫਿਰ ਗੱਲ ਬਣਨੀ ਨਹੀਂ ਹੈ। ਸੋ ਬਿੰਦ ਨਾ ਵਿਸਰੋ। ਪ੍ਰਮਾਤਮਾ ਤੈਨੂੰ ਇੱਕ ਬਿੰਦ ਜਿੰਨਾ ਸਮਾਂ ਨਹੀਂ ਸੀ ਵਿਸਰਨਾ ਚਾਹੀਦਾ। ਵੀ ਇੱਕ ਬੋਲੀ ਹੈ ਇਲਾਕੇ ਦੀ, ਬਿੰਦ ਝੱਟ ਆਪਾਂ ਕਹਿ ਦਿੰਦੇ ਵੀ ਉਹ ਇੱਕ ਬਿੰਦ ਜਿੰਨਾ ਸਮਾਂ, ਝੱਟ ਥੋੜਾ ਜਿੰਨਾ ਸਮਾਂ, ਨਿਮਕ ਜਿੰਨਾ ਸਮਾਂ ਵੀ ਤੈਨੂੰ ਵਿਸਰਨਾ ਨਹੀਂ ਸੀ ਚਾਹੀਦਾ। ਪਰ ਗੁਰਮੁਖੋ ਵਿਸਰਨਾ ਤੇ ਦੂਰ ਦੀ ਗੱਲ ਹੈ, ਸਾਨੂੰ ਤੇ ਕਦੇ ਯਾਦ ਨਹੀਂ ਆਇਆ। ਜਿਹੜਾ ਇੱਕ ਬਿੰਦ ਵਿਸਰਨਾ ਨਹੀਂ ਸੀ ਚਾਹੀਦਾ, ਸਾਨੂੰ ਇੱਕ ਬਿੰਦ ਕਦੇ ਯਾਦ ਨਹੀਂ ਆਇਆ। ਮਹਾਰਾਜ ਕਹਿਣ ਲੱਗੇ ਜਿਹਨੇ ਇੰਨੀਆਂ ਦਾਤਾਂ ਦਿੱਤੀਆਂ ਉਹ ਬੰਦਿਆ, ਉਹ ਪਰਮਾਤਮਾ ਨੂੰ ਇੱਕ ਬਿੰਦ ਜਿੰਨਾ ਸਮਾਂ ਭੁਲਾਇਆ ਨਾ ਕਰ। ਨਾਨਕ ਜਿਨ ਸੁੰਦਰ ਰਚਿਆ ਦੇਹੋ। ਦੇਖ ਤੇਰਾ ਉਹਨੇ ਕਿੰਨਾ ਸੋਹਣਾ ਸਰੀਰ ਬਣਾਇਆ। ਕੋਈ ਮਾੜੀ ਮੋਟੀ ਸੱਟ ਲੱਗ ਜਾਵੇ ਨਾ ਸਰੀਰ ਤੇ, ਮਾਸ ਛਿੱਲਿਆ ਜਾਵੇ ਤੇ ਫਿਰ ਉਹ ਜ਼ਖਮ ਵੱਲੇ ਵੇਖਣ ਨੂੰ ਜੀ ਨਹੀਂ ਕਰਦਾ, ਕਿੱਡਾ ਗੰਦਾ ਹੋ ਜਾਂਦਾ, ਚਮੜੀ ਲੈ ਜਾਵੇ। ਬਲਕਿ ਤੇਰਾ ਸਾਰਾ ਸਰੀਰ ਹੈ ਇਹੋ ਜਿਹਾ ਹੀ ਹੈ। ਅੰਦਰ ਇਹਦੇ ਕੀ ਹੈ? ਮਿੱਝ ਹੈ, ਅੰਦਰ ਇਹਦੇ ਨਾੜੀਆਂ ਨੇ, ਹੱਡ ਹੈ, ਅੰਦਰ ਇਹਦੇ ਖੂਨ ਹੈ, ਅੰਦਰੋਂ ਬੜਾ ਗੰਦਾ ਸਰੀਰ ਹੈ। ਜਦੋਂ ਵੱਡੇ ਵੱਡੇ ਡਾਕਟਰ ਆਪਰੇਸ਼ਨ ਕਰਦੇ ਨਾ, ਵੇਖ ਕਿਤੇ ਜਾ ਕੇ ਵੀ ਕੀ ਬਣਦਾ ਪਿਆ ਸਰੀਰ ਦੇ ਵਿੱਚ। ਪਰ ਪਰਮਾਤਮਾ ਨੇ ਉੱਪਰ ਚਮੜੀ ਦਾ ਪੋਚਾ ਫੇਰਿਆ, ਜਿਹੜੀ ਸੋਹਣੀ ਚਮੜੀ ਲਾ ਦਿੱਤੀ ਨਾ ਚਿੱਟੇ ਰੰਗ ਦੀ, ਇਹ ਉੱਤੋਂ ਪੋਚਾ ਫੇਰਤਾ ਵੀ ਤੂੰ ਸੋਹਣਾ ਲੱਗੇ। ਤੇ ਜੇ ਰੱਬ ਚਮੜੀ ਲਾ ਦੇਵੇ ਤੇ ਤੇਰੇ ਵੱਲੇ ਵੇਖੇ ਕੋਈ ਨਾ, ਸਗੋਂ ਮੱਖੀਆਂ ਤੇਰੇ ਤੇ ਆ ਕੇ ਬੈਠਣਗੀਆਂ। ਜਿਨ ਸੁੰਦਰ ਰਚਿਆ ਦੇਹੋ, ਵੇਖ ਪਰਮਾਤਮਾ ਨੇ ਕਿੰਨੀ ਸੋਹਣੀ ਦੇ, ਨਵੀਂ ਨਰੋਈ, ਤੰਦਰੁਸਤ, ਗੋਰੀ ਚਿੱਟੀ ਐਸੀ ਤੈਨੂੰ ਦੇ ਦਿੱਤੀ ਹੈ। ਪਰਮਾਤਮਾ ਨੇ ਦਾਤਾਂ ਦਿੱਤੀਆਂ, ਪਰ ਤੂੰ ਕਦੇ ਸ਼ੁਕਰਾਨਾ ਨਹੀਂ ਕਰਦਾ। 100 ਬਿੰਦ ਨਾ ਵਿਸਰੋ। ਤੈਨੂੰ ਤੇ ਬਿੰਦ ਨਹੀਂ ਸੀ ਭੁਲਾਉਣਾ ਚਾਹੀਦਾ, ਪਰ ਤੂੰ ਕਦੇ ਬਿੰਦ ਯਾਦ ਹੀ ਨਹੀਂ ਕੀਤਾ।
ਉਹਦਾ ਸ਼ੁਕਰਾਨਾ ਨਹੀਂ ਕਰਦਾ ਹੈ। ਪੌੜੇ ਜਿਉ ਪ੍ਰਾਨ ਤਨ ਧਨ ਦਿਆ ਦੀਨੇ ਰਸ ਭੋਗ। ਅਸੀਂ ਕਈ ਵਾਰੀ ਰੱਬ ਨਾਲ ਨਾਰਾਜ਼ ਹੋ ਜਾਈਏ ਨਾ, ਕਈ ਵਾਰੀ ਕੀ ਅਸੀਂ ਬਹੁਤੇ ਨਾਰਾਜ਼ ਹੀ ਰਹਿੰਦੇ ਹਾਂ, ਤੇ ਫਿਰ ਸਾਡਾ ਉਲਾਮਾ ਇਹ ਹੁੰਦਾ ਵੀ ਰੱਬ ਨੇ ਮੈਨੂੰ ਕੀ ਦਿੱਤਾ ਹੈ। ਇਹ ਸਾਡਾ ਉਲਾਮਾ ਹੁੰਦਾ ਵੀ ਮੈਨੂੰ ਕੁਝ ਨਹੀਂ ਮਿਲਿਆ, ਮੇਰੇ ਤੋਂ ਬਿਨਾਂ ਗੁਆਂਢੀਆਂ ਨੂੰ ਸਭ ਕੁਝ ਮਿਲ ਗਿਆ, ਮੈਨੂੰ ਕੁਝ ਨਹੀਂ ਦਿੱਤਾ ਉਹਨੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਅਸੀਂ ਤੈਨੂੰ ਦੱਸਦੇ ਹਾਂ, ਤੈਨੂੰ ਜੀਓ ਉਸਨੇ ਜ਼ਿੰਦਗੀ ਦਿੱਤੀ ਹੈ। ਇਹ ਜ਼ਿੰਦਗੀ ਤੇਰੀ ਆਪਣੀ ਖਰੀਦੀ ਹੋਈ ਨਹੀਂ, ਜ਼ਿੰਦਗੀ ਦਾ ਮਾਲਕ ਤੂੰ ਨਹੀਂ ਹੈ। ਤੈਨੂੰ ਜ਼ਿੰਦਗੀ ਦਿੱਤੀ ਇਹ ਪ੍ਰਮਾਤਮਾ ਨੇ ਤੈਨੂੰ ਦਿੱਤਾ ਹੈ। ਦੂਜਾ ਬਚਨ ਮਹਾਰਾਜ ਕਹਿੰਦੇ ਤੈਨੂੰ ਪ੍ਰਾਣ ਦਿੱਤੇ ਨੇ, ਜਿਹੜੇ ਸਾਹ ਚੱਲਦੇ ਪਏ ਨਾ ਤੇਰੇ ਅੰਦਰ, ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਸਾਹ ਜਾਂਦੇ ਪਏ, ਇਹ ਸਾਹ ਤੇਰੇ ਮੁੱਲ ਖਰੀਦੇ ਹੋਏ ਨਹੀਂ, ਆਪਾਂ ਖਰੀਦ ਨਹੀਂ ਸਕਦੇ। ਕਿਸੇ ਹਸਪੀਟਲ ਚਲੇ ਜਾਓ, ਵੈਦ ਹਕੀਮ ਕੋਲ ਚਲੇ ਜਾਓ, ਦੇਸ਼ ਵਿਦੇਸ਼ ਚਲੇ ਜਾਓ, ਜਿੰਨੀ ਮਰਜ਼ੀ ਮਾਇਆ ਕੋਲ ਹੋਵੇ, ਇੱਕ ਸਾਹ ਵੀ ਮੁੱਲ ਨਹੀਂ ਕਿਤੇੋਂ ਮਿਲਣਾ। ਉਹ ਉਨੇ ਹੀ ਆਉਣੇ ਨੇ ਜਿੰਨੇ ਪ੍ਰਮਾਤਮਾ ਨੇ ਲਿਖੇ ਨੇ। ਪਰ ਪ੍ਰਮਾਤਮਾ ਨੇ ਤੈਨੂੰ ਸਾਹ ਦਿੱਤੇ, ਇਹ ਵੀ ਤੇ ਉਹਨੇ ਤੈਨੂੰ ਦਿੱਤੇ ਹੀ ਨੇ ਨਾ। ਤੂੰ ਆਣਾ ਮੈਨੂੰ ਰੱਬ ਨੇ ਦਿੱਤਾ ਕੀ ਹੈ? ਤਨ ਦੀਆ, ਇਹ ਤਨ ਸਰੀਰ ਤੈਨੂੰ ਮਿਲਿਆ, ਉਹ ਵੀ ਨਵਾਂ ਨੁਰਿਆ ਮਿਲਿਆ। ਜਿਹੜੇ ਲੰਗੜੇ ਲੂਲੇ ਨੇ, ਅਪਾਹਜ ਨੇ, ਆਪਾਂ ਵੇਖਦੇ ਨਾ ਵੱਡੇ ਵੱਡੇ ਮੇਲਿਆਂ ਦੇ ਉੱਪਰ ਵਿਚਾਰੇ ਲੰਮੇ ਪਏ ਹੋਏ, ਮੱਖੀਆਂ ਬਹਿੰਦੀਆਂ ਪਈਆਂ, ਅਪਾਹਜ, ਨਹੀਂ ਤੁਰਿਆ ਜਾਂਦਾ, ਨਹੀਂ ਬੋਲਿਆ ਜਾਂਦਾ। ਵੇਖ ਕੈਸੀ ਹਾਲਤ ਹੈ, ਸਾਰੀ ਉਮਰ ਪੈਰਾਂ ਵਿੱਚ ਬੈਠਿਆਂ ਲੰਘ ਜਾਣੀ ਹੈ। ਪਰ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ, ਚੱਲਣ ਵਾਲਾ, ਭਜਨ ਵਾਲਾ, ਬੋਲਣ ਵਾਲਾ, ਖਾਣ ਪੀਣ ਵਾਲਾ। ਇਹ ਵੀ ਤੇ ਪਰਮਾਤਮਾ ਨੇ ਤੈਨੂੰ ਦਾਤ ਦਿੱਤੀ ਹੈ। ਤੂੰ ਆਖਦਾ ਮੈਨੂੰ ਦਿੱਤਾ ਕੀ ਹੈ? ਜੀਓ ਪ੍ਰਾਣ ਤਨ ਦੀਆ, ਇਹ ਤਨ ਸਰੀਰ ਦਿੱਤਾ ਤੈਨੂੰ, ਇਹ ਪਰਮਾਤਮਾ ਦੀ ਦਾਤ ਹੈ। ਅਗਲਾ ਬਚਨ ਮਹਾਰਾਜ ਨੇ ਲਿਖਿਆ ਤੈਨੂੰ ਧਨ ਵੀ ਉਹਨੇ ਦਿੱਤਾ ਖਰਚਣ ਵਾਸਤੇ। ਤੂੰ ਜੇ ਮਹਿੰਗਾ ਘਰ ਲੈ ਲਿਆ, ਮਹਿੰਗੀ ਗੱਡੀ ਲੈ ਲਈ ਹੈ, ਮਹਿੰਗਾ ਸੂਟ ਬੂਟ ਪਾ ਲਿਆ, ਮਹਿੰਗਾ ਗਹਿਣਾ ਬਣਾ ਲਿਆ, ਤੇ ਉਹ ਧਨ ਵੀ ਤੇ ਤੈਨੂੰ ਉਹਨੇ ਹੀ ਦਿੱਤਾ ਨਾ। ਜੇ ਤੇਰੇ ਕੋਲ ਧਨ ਨਾ ਹੋਵੇ, ਨੰਗੇ ਪੈਰੀ ਤੁਰਿਆ ਫਿਰੇ ਗਰਮੀ ਦੇ ਵਿੱਚ, ਸਰੀਰ ਤੇ ਕੱਪੜਾ ਨਾ ਪਾ ਸਕੇ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਬੂੜਾ ਕਹੋ ਕਹਾਂ ਕਰੇ। ਬੂੜਾ ਨਾਮ ਮੂਰਖ ਦਾ। ਕਹਿਣ ਲੱਗੇ ਉਹ ਮੂਰਖਾ, ਜੇ ਰੱਬ ਤੈਨੂੰ ਕੁਝ ਵੀ ਨਾ ਦੇਵੇ, ਤੈਨੂੰ ਭੁੱਖਾ ਨੰਗਾ ਛੱਡ ਦੇਵੇ, ਆਪਾਂ ਰੱਬ ਦਾ ਕੀ ਕਰ ਲਾਂਗੇ? ਕੋਈ ਬੰਦਾ ਇੱਥੇ ਦੁਨੀਆ 'ਤੇ ਹੋਵੇ ਨਾ, ਉਹਦਾ ਘਰ ਦਾ ਪਤਾ ਹੋਵੇ, ਤੇ ਆਪਾਂ ਉਹਦੇ ਘਰੇ ਪੰਚਾਇਤ ਲੈ ਕੇ ਜਾਵਾਂਗੇ, 4 ਬੰਦੇ ਰਿਸ਼ਤੇਦਾਰ ਇਕੱਠੇ ਕਰਾਂਗੇ ਵੀ ਆਹ ਬੰਦੇ ਨੇ ਮੇਰੇ ਨਾਲ ਧੱਕਾ ਕੀਤਾ। ਰੱਬ ਨੂੰ ਜੇ ਮਿਲਣਾ ਪਵੇ 4 ਬੰਦੇ ਇਕੱਠੇ ਕਰਕੇ, ਤੇ ਕਿੱਥੇ ਜਾ ਕੇ ਮਿਲੇਗਾ? ਉਹਦਾ ਤਾਂ ਟਿਕਾਣਾ ਹੀ ਕੋਈ ਨਹੀਂ। ਆਪਾਂ ਰੱਬ ਦਾ ਕੁਝ ਨਹੀਂ ਵਿਗਾੜ ਸਕਦੇ। ਜੇ ਆਪਾਂ ਆਖੀਏ ਨੇ ਵੀ ਆਪਾਂ ਇੱਟਾ ਵੱਟਾ ਆਕਾਸ਼ ਵੱਲ ਨੂੰ ਚਲਾਵਾਂਗੇ ਤੇ ਰੱਬ ਦੇ ਵੱਜੇਗਾ, ਉਹ ਰੱਬ ਦੇ ਨਹੀਂ ਵੱਜਣਾ, ਉਹ ਸਾਡੇ ਸਿਰ 'ਤੇ ਹੀ ਵੱਜਣਾ ਆ ਕੇ, ਉਹਦੇ ਤੱਕ ਉਹ ਪਹੁੰਚਣਾ ਹੀ ਨਹੀਂਗਾ। ਪਰ ਅਸੀਂ ਉਲਾਂਭਾ ਜ਼ਰੂਰ ਦਿੰਦੇ ਹਾਂ। ਮਹਾਰਾਜ ਕਹਿਣ ਲੱਗੇ ਤੈਨੂੰ ਤਨ ਦਿੱਤਾ, ਤੈਨੂੰ ਪ੍ਰਾਣ ਦਿੱਤੇ, ਤੈਨੂੰ ਜ਼ਿੰਦਗੀ ਦਿੱਤੀ, ਔਰ ਪ੍ਰਮਾਤਮਾ ਨੇ ਤੈਨੂੰ ਧਨ ਦਿੱਤਾ ਹੈ, ਜਿਸ ਦੇ ਸੁੱਖ ਤੂੰ ਲੈਂਦਾ ਪਿਆ। ਜ਼ਿੰਦਗੀ ਦੇ ਵਿੱਚ ਬੈਠ ਕੇ ਸਭ ਕੁਝ ਉਸਨੇ ਦਿੱਤਾ ਹੈ। ਦੀਨੇ ਰਸ ਭੋਗ, ਉਸ ਪ੍ਰਮਾਤਮਾ ਨੇ ਤੈਨੂੰ ਰਸਾਂ ਦੇ ਭੋਗ ਬਖਸ਼ਿਸ਼ ਕੀਤੇ ਨੇ। ਜਦੋਂ ਫਲ ਛਕਦਾ, ਅੰਬ ਦਾ ਸਵਾਦ ਵੱਖਰਾ, ਕੇਲੇ ਦਾ ਵੱਖਰਾ, ਸੰਤਰੇ ਦਾ ਵੱਖਰਾ, ਸੇਬ ਦਾ ਵੱਖਰਾ ਹੈ। ਰੋਟੀ ਖਾਂਦਾ ਹੈ, ਕਿਸੇ ਸਬਜ਼ੀ ਦਾ ਕੋਈ ਸਵਾਦ ਹੈ, ਕਿਸੇ ਦੁੱਧ ਦਾ ਕੋਈ ਸਵਾਦ ਹੈ, ਕਿਸੇ ਲੱਸੀ ਦਾ ਕੋਈ ਸਵਾਦ ਹੈ। ਐਸੇ ਰਸ ਤੈਨੂੰ ਉਹਨੇ ਬਖਸ਼ਿਸ਼ ਕੀਤੇ। ਇਹ ਵੀ ਤੇ ਪਰਮਾਤਮਾ ਹੀ ਦਿੰਦਾ ਹੈ ਨਾ। ਤੇਰੀ ਜ਼ੁਬਾਨ ਦੇ ਉੱਪਰ ਇਹੋ ਜਿਹਾ ਉਹਨੇ ਸਿਸਟਮ ਲਾਇਆ ਵੀ ਤੈਨੂੰ ਹਰੇਕ ਚੀਜ਼ ਦਾ ਵੱਖਰਾ ਸਵਾਦ ਆਉਂਦਾ, ਤੇ ਜੇ ਸਵਾਦ ਨਾ ਆਵੇ ਤਾਂ ਚੀਜ਼ ਖਾਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਹ ਸਾਰੇ ਰਸ ਤੈਨੂੰ ਉਸਨੇ ਬਖਸ਼ੇ ਹਨ। ਗ੍ਰਹਿ ਮੰਦਰ ਰਥ ਆਸ ਦੀਏ, ਉਸ ਪ੍ਰਮਾਤਮਾ ਨੇ ਤੈਨੂੰ ਗ੍ਰਹਿ ਕਹੀਏ ਘਰ ਦਿੱਤਾ ਹੈ। ਕੱਚੇ ਘਰ, ਕੱਚੇ ਮਕਾਨ, ਕੱਚੇ ਕੋਠੇ, ਇਹ ਵੀ ਤੈਨੂੰ ਪ੍ਰਮਾਤਮਾ ਨੇ ਦਿੱਤੇ। ਤੇ ਮੰਦਰ ਕਹੀਏ ਪੱਕੀ ਇੱਟ ਦਾ ਘਰ, ਜਿਹਨੂੰ ਕਹਿ ਦਿੰਦੇ ਆ ਟਾਰੀ ਬਣਾਈ ਹੈ, ਚੁਬਾਰਾ ਬਣਾਇਆ, ਪੱਕੀ ਇੱਟ ਦਾ ਘਰ। ਅੱਜ ਕਹਿ ਦਿੰਦੇ ਕੋਠੀ ਬਣਾਤੀ ਹੈ। ਇਹ ਪੱਕੀ ਇੱਟ ਤੋਂ ਬਣੇ ਘਰ ਵੀ ਤੈਨੂੰ ਉਹਨੇ ਦਿੱਤੇ ਸਨ। ਜਦੋਂ ਕੱਚੇ ਘਰ ਰਹਿੰਦਾ ਸੀ, ਉਦੋਂ ਵੀ ਤੈਨੂੰ ਇਹ ਸਾਰਾ ਕੁਝ ਉਹਨੇ ਦਿੱਤਾ। ਗ੍ਰਹਿ ਕਹੀਏ ਕੱਚਾ ਘਰ, ਵਿਹੜੇ ਦੇ ਸਮੇਤ,
ਮੰਦਰ ਕਹੀਏ ਪੱਕਾ ਘਰ, ਇਹ ਤੈਨੂੰ ਪ੍ਰਮਾਤਮਾ ਨੇ ਦਿੱਤਾ ਹੈ। ਰੱਥ ਦੀਏ, ਜੇ ਕੋਈ ਰਾਜਾ ਮਹਾਰਾਜਾ ਸ਼ਾਹੂਕਾਰ ਹੁੰਦਾ ਸੀ ਤੇ ਉਹ ਰਸਤੇ ਚੜ੍ਹ ਕੇ ਚੱਲਦਾ। ਜਿਵੇਂ ਅੱਜ ਆਪਾਂ ਕਹਿ ਦਈਏ ਵੀ ਅਮੀਰ ਆਦਮੀ ਹਵਾਈ ਜਹਾਜ਼ ਤੇ ਜਾਂ ਹੈਲੀਕਾਪਟਰ ਤੇ ਜਾਂਦਾ, ਤੇ ਜਿਹੜਾ ਥੋੜ੍ਹਾ ਜਿਹਾ ਹੋਰ ਥੱਲੇ ਉਹ ਗੱਡੀ ਤੇ ਜਾਂਦਾ। ਇਹ ਵੀ ਤੇ ਪ੍ਰਮਾਤਮਾ ਨੇ ਦਿੱਤਾ ਨਾ ਤੈਨੂੰ ਸਾਰਾ ਕੁਝ। ਕਿਸੇ ਨੂੰ ਰੱਥ ਦੇ ਦਿੱਤਾ, ਕਿਸੇ ਨੂੰ ਹਵਾਈ ਜਹਾਜ਼ ਦੇ ਦਿੱਤਾ, ਕਿਸੇ ਨੂੰ ਕੋਈ ਦਿੱਤਾ, ਇਹ ਪ੍ਰਮਾਤਮਾ ਨੇ ਦਿੱਤਾ ਹੈ। ਰੱਥ ਅਸ ਦੀਏ, ਅਸ ਨਾਮ ਘੋੜੇ ਦਾ। ਪ੍ਰਮਾਤਮਾ ਨੇ ਸਵਾਰੀ ਵਾਸਤੇ ਪਹਿਲਾਂ ਪਿੰਡਾਂ ਵਿੱਚ ਨੰਬਰਦਾਰਾਂ ਦੇ ਕੋਲ ਘੋੜੀਆਂ ਹੋਇਆ ਕਰਦੀਆਂ। ਨੰਬਰਦਾਰ ਹੀ ਘੋੜੀ ਤੇ ਚੜ੍ਹ ਕੇ ਚੱਲਦਾ, ਕਿਉਂਕਿ ਨੰਬਰਦਾਰ ਸਰਕਾਰੀ ਨੁਮਾਇੰਦਾ ਹੁੰਦਾ ਸੀ। ਸਰਕਾਰਾਂ ਦੇ ਨਾਲ ਉਹਦੀ ਗੰਢ ਧੁੱਪ ਹੁੰਦੀ ਸੀ। ਉਹਦੇ ਬਿਨਾਂ ਕੋਈ ਪਿੰਡ ਦਾ ਵਿਅਕਤੀ ਘੋੜੀ ਤੇ ਨਹੀਂ ਸੀ ਚੜ੍ਹ ਸਕਦਾ, ਕੇਵਲ ਨੰਬਰਦਾਰ ਹੀ ਚੜ੍ਹਦਾ। ਤੇ ਉਹਦੀ ਪੂਰੀ ਠੋਕ ਹੁੰਦੀ ਸੀ ਇਲਾਕੇ ਦੇ ਵਿੱਚ ਵੀ ਬਸ ਮੈਂ ਹੀ ਹਾਂ ਜੋ ਹੈ। ਮਹਾਰਾਜ ਕਹਿਣ ਲੱਗੇ ਤੈਨੂੰ ਐਸੇ ਸੋਹਣੇ ਸੁੰਦਰ ਘੋੜੇ ਦੇ ਦਿੱਤੇ, ਘੋੜਿਆਂ ਵਰਗੇ ਅੱਜ ਆਪਾਂ ਕਹਿ ਲਈਏ ਮੋਟਰਸਾਈਕਲ ਮਿਲ ਗਏ, ਇਹ ਸਾਰਾ ਕੁਝ ਤੈਨੂੰ ਦਿੱਤਾ ਹੈ। ਰਚ ਭਲੇ ਸੰਜੋਗ, ਤੇਰੀਆਂ ਰਿਸ਼ਤੇਦਾਰੀਆਂ, ਤੇਰੇ ਮਾਮੇ ਬੜੇ ਚੰਗੇ ਨੇ, ਨਾਨਕੇ ਜਾਂਦਾ ਹੱਥਾਂ ਤੇ ਚੁੱਕ ਲੈਂਦੇ ਨੇ, ਸਹੁਰੇ ਜਾਂਦਾ ਤੇ ਉਹ ਬੜੀ ਸੇਵਾ ਕਰਦੇ, ਦਾਦਕੇ ਜਾਂਦਾ ਤੇ ਵੱਡੇ ਵਡੇਰੇ ਚਾਚੇ ਤਾਏ ਬੜਾ ਨੇਹ ਕਰਦੇ, ਮੁਹੱਬਤ ਕਰਦੇ, ਭੈਣਾਂ ਭਰਾਵਾਂ ਨੂੰ ਜਾ ਕੇ ਮਿਲਦਾ ਤੇ ਉਹ ਬੜਾ ਸਨੇਹ ਕਰਦੇ। ਇਹ ਪਰਮਾਤਮਾ ਨੇ ਰਿਸ਼ਤੇਦਾਰ ਤੈਨੂੰ ਇਹੋ ਜਿਹੇ ਬਖਸ਼ੇ। ਨਹੀਂ ਤੇ ਕਈ ਇਹੋ ਜਿਹੇ ਹੁੰਦੇ ਨੇ ਵੀ ਉਹ ਪਹਿਲਾਂ ਹੀ ਦਰਵਾਜ਼ਾ ਬੰਦ ਕਰ ਲੈਂਦੇ ਵੀ ਇਹ ਨਹੀਂ ਆਉਣਾ ਚਾਹੀਦਾ, ਸਗੋਂ ਗਾਲਾਂ ਦਿੰਦੇ, ਮਾੜਾ ਬੋਲਦੇ। ਇਹ ਵੀ ਤੇ ਪਰਮਾਤਮਾ ਦੀ ਬਖਸ਼ਿਸ਼ ਹੀ ਹੈ ਨਾ ਵੀ ਤੇਰੇ ਰਿਸ਼ਤੇਦਾਰ ਜਿਨ੍ਹਾਂ ਦੇ ਵਿੱਚ ਤੂੰ ਵਿਚਰਨਾ, ਨਾਨਕੇ ਹੋਏ, ਦਾਦਕੇ ਹੋਏ, ਸਹੁਰੇ ਹੋ ਗਏ, ਕੁੜਮ ਹੋ ਗਏ, ਉਹ ਤੈਨੂੰ ਐਸੋ ਜਿਹੇ ਚੰਗੇ ਬਖਸ਼ੇ ਨੇ ਜਿਨ੍ਹਾਂ ਵਿੱਚ ਬੈਠ ਕੇ ਤੂੰ ਮਾਣ ਪ੍ਰਾਪਤ ਕਰਦਾ, ਸਤਿਕਾਰ ਪ੍ਰਾਪਤ ਕਰਦਾ, ਖੁਸ਼ ਰਹਿੰਦਾ। ਇਹ ਦਿੱਤੇ ਕਿਹਨੇ? ਪਰਮਾਤਮਾ ਨੇ। ਰਚ ਭਲੇ ਸੰਯੋਗ, ਸੰਯੋਗ ਤੋਂ ਭਾਵ ਹੁੰਦਾ ਰਿਸ਼ਤੇਦਾਰੀ, ਕਿਸੇ ਨਾਲ ਮਿਲਾਪ ਹੋਣਾ, ਇਹ ਸਾਰੇ ਤੈਨੂੰ ਪਰਮਾਤਮਾ ਨੇ ਬਖਸ਼ੇ ਹਨ। ਸੁਤ ਬੰਤਾ ਸਾਜਨ ਸੇਵਕ ਦੀਏ, ਪਰਮਾਤਮਾ ਨੇ ਸੁਤ ਕਹੀਏ ਪੁੱਤਰ ਦਿੱਤਾ ਹੈ, ਤੇ ਪੁੱਤਰ ਦੇ ਨਾਲ ਨਾਲ ਤੈਨੂੰ ਔਰਤ ਪ੍ਰਾਪਤ ਹੋਈ ਹੈ, ਵਿਆਹ ਹੋਇਆ, ਘਰ ਵਾਲਾ ਬਣ ਗਿਆ, ਆਪਣੇ ਘਰ ਦਾ ਪ੍ਰਾਪਰਟੀ ਦਾ ਮਾਲਕ ਬਣ ਗਿਆ, ਫਿਰ ਅੱਗੇ ਬੱਚੇ ਪੈਦਾ ਹੋ ਗਏ, ਸੰਤਾਨ ਪੈਦਾ ਹੋ ਗਈ, ਸਭ ਕੁਝ ਤੈਨੂੰ ਪਰਮਾਤਮਾ ਨੇ ਦਿੱਤਾ ਹੈ। ਫਿਰ ਸੱਜਣ ਦੇ ਦਿੱਤੇ ਮਿੱਤਰ, ਤੇਰੇ ਨਾਲ ਪਿਆਲੀ ਖੜਕਾਉਣ ਵਾਲੇ, ਜਿਨ੍ਹਾਂ ਨਾਲ ਬੈਠ ਕੇ ਤੂੰ ਜਾ ਕੇ ਦੁੱਖ ਸੁੱਖ ਕਰਦਾ, ਗੱਪਾਂ ਮਾਰਦਾ, ਕਈ ਤਰ੍ਹਾਂ ਦੀਆਂ ਉਹਨਾਂ ਨਾਲ ਬਚਨ ਬਿਲਾਸ ਕਰ ਲੈਂਦਾ, ਮਨ ਹਲਕਾ ਕਰ ਲੈਂਦਾ। ਸੱਜਣ ਵੀ ਤੇ ਉਹਨੇ ਹੀ ਦਿੱਤੇ ਤੈਨੂੰ। ਤੇ ਸੱਜਣ ਤੋਂ ਬਾਅਦ ਵਿੱਚ ਪਰਮਾਤਮਾ ਨੇ ਸੇਵਕ ਵੀ ਦਿੱਤੇ। ਰਾਤ ਨੂੰ ਜਦੋਂ ਥੱਕ ਕੇ ਪੈਣਾ ਤੇ ਨੌਕਰ ਆ ਕੇ ਲੱਤਾਂ ਘੁੱਟਦਾ ਪਿਆ, ਨੌਕਰ ਘਰ ਵਿੱਚ ਪੋਚਾ ਲਾਉਂਦਾ ਪਿਆ, ਨੌਕਰ ਰੋਟੀ ਬਣਾ ਕੇ ਦਿੰਦਾ ਪਿਆ। ਇਹ ਜਿਹੜੇ ਸੇਵਕ ਪਰਮਾਤਮਾ ਨੇ ਦਿੱਤੇ ਤੇ ਇਹ ਵੀ ਉਹਨੇ ਹੀ ਨੇ ਨਾ। ਜਿਹੜਾ ਸੇਵਕ ਬਣਿਆ ਹੈ ਉਹ ਵੀ ਬੰਦਾ ਹੈ, ਤੇ ਜਿਹਦਾ ਬਣਿਆ ਉਹ ਵੀ ਬੰਦਾ ਹੈ। ਪਰਮਾਤਮਾ ਨੇ ਤੈਨੂੰ ਇਹ ਦਾਤ ਦਿੱਤੀ ਹੈ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਜਿਹੜਾ ਪਲੰਘੇ ਦੇ ਉੱਤੇ ਸੁੱਤਾ ਹੋਇਆ ਨਾ ਹੈ ਉਹ ਵੀ ਬੰਦਾ। ਜਿਹੜਾ ਡੰਡਾ ਫੜ ਕੇ ਉਹਦੇ ਪਹਿਰੇ ਤੇ ਖਲੋਤਾ ਹੋਇਆ ਰਾਤ ਨੂੰ ਮੱਛਰ ਦੇ ਵਿੱਚ ਸੌਂ ਨਹੀਂ ਸਕਦਾ ਹੈ ਉਹ ਵੀ ਬੰਦਾ। ਪਰ ਦੋਨਾਂ ਦੇ ਕਰਮਾਂ ਦੀ ਨਿਸ਼ਾਨੀ ਹੈ। ਇੱਕ ਨੂੰ ਰੱਬ ਨੇ ਕਰਮ ਇਹੋ ਜਿਹੇ ਬਖਸ਼ੇ ਵੀ ਲੈ ਤੂੰ ਰਾਤ ਨੂੰ ਠੰਡੀ ਹਵਾ ਲੈ ਕੇ ਤੇ ਸੋਇਆ ਕਰ, ਇੱਕ ਨੂੰ ਆਖਿਆ ਤੂੰ ਇਹਦੀ ਰਾਖੀ ਕਰਿਆ ਕਰ। ਹੈ ਦੋਨੇ ਇਨਸਾਨ, ਪਰ ਕਰਮਾਂ ਦਾ ਫਰਕ ਹੈ। ਮਹਾਰਾਜ ਕਹਿਣ ਲੱਗੇ ਸੇਵਕ ਦੀਏ, ਪਰਮਾਤਮਾ ਨੇ ਬੜੇ ਚੰਗੇ ਸੇਵਕ ਵਫਾਦਾਰ ਦਿੱਤੇ, ਐਸੀ ਦਾਤ ਦਿੰਦਾ ਹੈ। ਪ੍ਰਭ ਦੇਵਨ ਜੋਗ, ਕਿਉਂਕਿ ਉਹ ਦੇਣ ਦੀ ਸਮਰੱਥਾ ਰੱਖਦਾ ਹੈ ਨਾ, ਦੇ ਸਕਦਾ, ਜੋ ਚਾਹੇ ਉਹ ਦਿੰਦਾ ਹੈ। ਹਰ ਸਿਮਰਤ ਤਨ ਮਨ ਹਰਿਆ, ਮਹਾਰਾਜ ਕਹਿਣ ਲੱਗੇ ਰੱਬ ਦਾ ਸਿਮਰਨ ਕਰਕੇ ਕਦੇ ਘਾਟਾ ਨਹੀਂ ਪੈਂਦਾ। ਪਰਮਾਤਮਾ ਦਾ ਸਿਮਰਨ ਕਰਕੇ ਕਦੇ ਘਾਟਾ ਨਹੀਂ ਪੈਂਦਾ। ਕੋਈ ਇਹ ਨਾ ਆਖੇ ਵੀ ਮੈਂ ਪਹਿਲਾਂ ਬੜਾ ਚੰਗਾ ਸੀ, ਜਦੋਂ ਦੀ ਬਾਣੀ ਪੜ੍ਹਨ ਲੱਗ ਪਿਆ ਮੈਂ ਬੜਾ ਮਾੜਾ ਹੋ ਗਿਆ। ਨਹੀਂ, ਹਰ ਸਿਮਰਤ ਮਨ ਤਨ ਹਰਿਆ। ਪਰਮਾਤਮਾ ਦਾ ਸਿਮਰਨ ਕਰਕੇ ਮਨ ਤਨ ਸਗੋਂ ਖਿੜ ਜਾਂਦਾ ਹੈ। ਲਹਿ ਜਾਹੇ ਵਿਜੋਗ, ਸਾਰੇ ਵਿਜੋਗ ਕਹੀਏ ਵਿਛੋੜੇ, ਵਿਜੋਗ ਕਹੀਏ ਦੁੱਖ, ਸਾਰੇ ਲੈ ਜਾਂਦੇ, ਦੂਰ ਹੋ ਜਾਂਦੇ, ਪਰੇ ਹੋ ਜਾਂਦੇ ਹਨ। ਸਾਧ ਸੰਗ ਹਰ ਗੁਣ ਰਮੋ, ਸੰਗਤ ਵਿੱਚ ਬੈਠ ਕੇ ਆਖਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸੰਗਤ ਵਿੱਚ ਬਹਿ ਕੇ ਕਹਿਣਾ ਹੈ।
ਅਸੀਂ ਕਈ ਵਾਰੀ ਗੱਲਾਂ ਕਰਨ ਲੱਗ ਪੈਂਦੇ, ਕਈ ਵਾਰੀ ਸਾਡੇ ਮੋਬਾਈਲ ਵੱਜਣ ਲੱਗ ਪੈਂਦੇ। ਸਾਧ ਸੰਗਤ ਹਰ ਗੁਣ ਰਮਹੁ, ਸਾਧ ਸੰਗਤ ਵਿੱਚ ਬੈਠ ਕੇ ਹਰੀ ਦੇ ਗੁਣਾਂ ਨੂੰ ਗਾਇਨ ਕਰਿਆ ਕਰ। ਬਿਨਸੇ ਸਭ ਰੋਗ, ਕੀ ਹੋਵੇਗਾ? ਸਾਰੇ ਰੋਗ ਤੇਰੇ ਖਤਮ ਹੋ ਜਾਣਗੇ। ਜੇ ਕੋਈ ਰੋਗ ਲੱਗਾ ਵੀ ਹੋਵੇਗਾ ਨਾ, ਸੰਗਤ ਵਿੱਚ ਬੈਠ ਕੇ ਨਾਮ ਜਪੇਗਾ ਤੇ ਰੋਗ ਖਤਮ ਹੋ ਜਾਏਗਾ। ਪਰ ਗੁਰਮੁਖਾ ਜੇ ਸੰਗਤ ਵਿੱਚ ਬੈਠ ਕੇ ਗੱਲਾਂ ਕੀਤੀਆਂ ਤੇ ਕਈ ਵਾਰੀ ਰੋਗ ਲੱਗ ਵੀ ਜਾਂਦਾ ਹੀ ਇੱਥੇ ਆ ਕੇ। ਪਰ ਇੱਥੋਂ ਦਾ ਲੱਗਿਆ ਹੋਇਆ ਰੋਗ ਕਿਸੇ ਨੇ ਠੀਕ ਹੀ ਨਹੀਂ ਕਰਨਾ। ਬਾਹਰੋਂ ਰੋਗ ਲੱਗੇਗਾ, ਸੰਗਤ ਵਿੱਚ ਆ ਕੇ ਮਿਟ ਜਾਏਗਾ। ਕਿਸੇ ਵਿਦਵਾਨ ਨੇ ਲਿਖਿਆ ਨਾ, ਕਹਿਣ ਲੱਗੇ ਵੀ ਜੇ ਜੰਗਲ ਨੂੰ ਅੱਗ ਲੱਗ ਜਾਵੇ ਨਾ ਤੇ ਹਿਰਨ ਛਾਲ ਮਾਰ ਕੇ ਪਾਣੀ ਦੇ ਤਲਾਬ ਵਿੱਚ ਆ ਜਾਂਦਾ। ਉਹਨੂੰ ਪਤਾ ਵੀ ਪਾਣੀ ਦੇ ਤਲਾਬ ਵਿੱਚ ਵੱਜ ਜਾਵਾਂਗਾ। ਖੁਰਾ ਨਾ ਖਾਸਤਾ ਜੇ ਕਿਤੇ ਪਾਣੀ ਨੂੰ ਅੱਗ ਲੱਗ ਜਾਵੇ ਤੇ ਫਿਰ ਹਿਰਨ ਦਾ ਕੀ ਬਣੇਗਾ? ਫਿਰ ਤੇ ਬਚਾ ਹੀ ਕੋਈ ਨਹੀਂ ਸਕਦਾ। ਬਾਹਰ ਕੋਈ ਮਾੜਾ ਕਰਮ ਕੀਤਾ ਤੇ ਦੁੱਖ ਮਿਲਿਆ, ਸੰਗਤ ਵਿੱਚ ਆ ਕੇ ਮਾਫ ਹੋ ਗਿਆ। ਪਰ ਜੇ ਸੰਗਤ ਵਿੱਚ ਆ ਕੇ ਪਾਪ ਕਰ ਲਿਆ ਤੇ ਮਾਫ ਕਿਤੇ ਨਹੀਂ ਹੋਣਾ। ਇਸ ਕਰਕੇ ਸੰਗਤ ਵਿੱਚ ਗੱਲਾਂ ਨਹੀਂ, ਰੱਬ ਦੇ ਨਾਮ ਨੂੰ ਜਪਿਆ ਕਰ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਪਰਿਵਾਰ ਵੱਲੋਂ ਸਹਿਜ ਪਾਠ ਕੀਤੇ ਹੋਏ ਨੇ। ਹੁਣ ਆਪਾਂ ਸਹਿਜ ਪਾਠ ਬਾਣੀ ਦੇ ਸ਼ਲੋਕ ਸਰਵਣ ਕਰਾਂਗੇ, ਉਪਰੰਤ ਗੁਰਬਾਣੀ ਦਾ ਸ਼ਬਦ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੈ ਸਾਹਿਬ ਸਿਓ ਮੇਲ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਏ ਵੇ ਜੋਗ। ਸਾਧ ਸੰਗ ਹਰ ਗੁਣ ਰਵੋ, ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।